ਰਵਿਦਾਸੀਆ ਟੀਵੀ ਵੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ। ਅੱਜ ਅਸੀਂ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਚਲਿਤ ਸਮੇਂ ਨੂੰ, ਤਤਕਾਲੀ ਸਮੇਂ ਨੂੰ ਦੇਖਦੇ ਹੋਏ ਜਿਹੜੇ ਸਤਿਗੁਰੂ ਜੀ ਨੇ ਨਵੇਂ ਧਰਮ ਦੇ, ਨਿਵੇਕਲੇ ਧਰਮ ਦੇ, ਸੁਤੰਤਰ ਧਰਮ ਦੇ ਸਿਧਾਂਤ ਦਰੜਾਏ ਔਰ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਨਵੇਂ ਧਰਮ ਦੇ ਜੋ ਤੱਤ ਦਰੜਾਉਂਦੇ ਨੇ ਉਹਨਾਂ ਦੇ ਬਾਰੇ ਚਰਚਾ ਕਰਾਂਗੇ। ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਆਪਣੇ ਜੀਵਨ ਕਾਲ ਦੇ ਵਿੱਚ ਸੰਸਾਰ ਵਿੱਚ ਵਿਚਰਦੇ ਨੇ ਔਰ ਸੰਸਾਰ ਦਾ ਪ੍ਰਚਲਨ ਦੇਖਦੇ ਨੇ ਕਿ ਕਿਸ ਤਰ੍ਹਾਂ ਸੰਸਾਰ ਦੇ ਲੋਕ ਕਰਮ ਕਾਂਡਾਂ ਦੇ ਵਿੱਚ ਫਸੇ ਹੋਏ ਨੇ ਔਰ ਪ੍ਰਭੂ ਭਗਤੀ ਕੇਵਲ ਬਾਹਰੀ ਅਡੰਬਰ ਬਣ ਕੇ ਰਹਿ ਗਿਆ। ਸਤਿਗੁਰੂ ਜੀ ਜਦੋਂ ਇਹ ਸਾਰਾ ਕੁਝ ਤੱਕਦੇ ਨੇ ਤੇ ਆਪਣੀ ਬਾਣੀ ਦੇ ਰਾਹੀਂ ਸੰਸਾਰ ਨੂੰ ਇੱਕ ਨਵੀਂ ਦਿਸ਼ਾ ਸਤਿਗੁਰੂ ਜੀ ਪ੍ਰਦਾਨ ਕਰਦੇ ਨੇ ਔਰ ਨਵੇਂ ਧਰਮ ਦੇ ਤੱਤ, ਨਿਵੇਕਲੇ ਔਰ ਸੁਤੰਤਰ ਧਰਮ ਦੇ ਤੱਤ, ਸਿਧਾਂਤ ਸਤਿਗੁਰੂ ਜੀ ਸੰਸਾਰ ਨੂੰ ਬਖਸ਼ਿਸ਼ ਕਰਦੇ ਨੇ। ਆਪਣੀ ਬਾਣੀ ਦੇ ਵਿੱਚ ਗੌੜੀ ਰਾਗ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਇੱਕ ਦੀਰਘ ਸ਼ਬਦ ਦੇ ਵਿੱਚ ਸਭ ਤੋਂ ਪਹਿਲਾਂ ਜੋ ਸੰਸਾਰ ਦਾ ਪ੍ਰਚਲਨ ਸੀ ਕਿ ਸੰਸਾਰ ਦੇ ਲੋਕ ਧਰਮ ਦੇ ਪ੍ਰਤੀ ਕਿਸ ਤਰ੍ਹਾਂ ਵਿਚਰ ਰਹੇ ਸਨ ਉਸ ਦਾ ਉਲੇਖ ਕਰਦੇ ਨੇ ਔਰ ਉਸ ਤੋਂ ਬਾਅਦ ਸਤਿਗੁਰੂ ਰਵਿਦਾਸ ਮਹਾਰਾਜ ਜੀ ਨਿਵੇਕਲੇ ਧਰਮ ਔਰ ਆਪਣੀ ਦ੍ਰਿਸ਼ਟੀ ਜਿਹੜੀ ਧਰਮ ਦੇ ਪ੍ਰਤੀ ਉਹ ਸਤਿਗੁਰੂ ਜੀ ਸਾਰੇ ਸੰਸਾਰ ਨੂੰ ਦਿੰਦੇ ਨੇ। ਗੁਰੂ ਸਾਹਿਬ ਆਖਦੇ ਨੇ, ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦੇੜੇ ਕਲ ਕੇਵਲ ਨਾਮ ਆਧਾਰ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਦੋ ਪੰਕਤੀਆਂ ਦੇ ਵਿੱਚ ਸੰਸਾਰ ਦੇ ਲੋਕ ਜਿਸ ਜਿਸ ਤਰ੍ਹਾਂ ਦੇ ਕਰਮ ਕਰ ਰਹੇ ਸਨ, ਭਗਤੀ ਦੇ ਪ੍ਰਤੀ ਜਿਸ ਤਰ੍ਹਾਂ ਦਾ ਉਹਨਾਂ ਦਾ ਦ੍ਰਿਸ਼ਟੀਕੋਣ ਸੀ ਉਸ ਦਾ ਵਰਣਨ ਕਰਦੇ ਨੇ, ਉਲੇਖ ਕਰਦੇ ਨੇ। ਸਤਿਗੁਰੂ ਜੀ ਆਖਦੇ ਨੇ ਕਿ ਸੰਸਾਰ ਦੇ ਲੋਕ ਇਸ ਗੱਲ ਨੂੰ ਮੰਨਦੇ ਨੇ, ਇਹ ਗੱਲ ਸਮਝਦੇ ਨੇ ਕਿ ਜਦੋਂ ਸਤਿਯੁਗ ਦਾ ਸਮਾਂ ਸੀ, ਸਤਿਯੁਗ ਦਾ ਕਾਲ ਸੀ ਤੋ ਉਸ ਵੇਲੇ ਸੱਚ ਦੀ ਪ੍ਰਧਾਨਤਾ ਸੀ ਔਰ ਗਿਆਨ ਦੀ, ਤਪ ਦੀ ਪ੍ਰਧਾਨਤਾ ਸੀ। ਸਤਿਯੁਗ ਸਤ ਤੇਤਾ ਜਗੀ, ਤ੍ਰੇਤਾ ਯੁੱਗ ਦੇ ਵਿੱਚ ਯੱਗਾਂ ਦੀ ਪ੍ਰਧਾਨਤਾ ਰਹੀ ਔਰ ਦੁਆਪਰ ਪੂਜਾ ਚਾਰ, ਦੁਆਪਰ ਯੁੱਗ ਦੇ ਵਿੱਚ ਸੰਸਾਰ ਦੇ ਲੋਕ ਇਹ ਮੰਨਦੇ ਨੇ ਕਿ ਦੁਆਪਰ ਯੁੱਗ ਦੇ ਵਿੱਚ ਪੂਜਾ ਪੱਧਤੀਆਂ ਵੱਖ-ਵੱਖ ਅਪਣਾਈਆਂ ਜਾਂਦੀਆਂ ਸਨ ਲੋਕਾਂ ਦੁਆਰਾ ਔਰ ਉਹਨਾਂ ਦੁਆਰਾ ਪਰਮੇਸ਼ਰ ਦੀ ਭਗਤੀ ਕੀਤੀ ਜਾਂਦੀ ਸੀ। ਤੀਨੋਂ ਯੁੱਗ ਤੀਨੋਂ ਦੇੜੇ ਔਰ ਤਿੰਨਾਂ ਯੁੱਗਾਂ ਦੇ ਵਿੱਚ, ਸਤਿਯੁਗ ਦੇ ਵਿੱਚ, ਤ੍ਰੇਤੇ ਯੁੱਗ ਦੇ ਵਿੱਚ ਔਰ ਦੁਆਪਰ ਯੁੱਗ ਦੇ ਵਿੱਚ ਜਿਹੜੇ ਜਿਹੜੇ ਧਰਮ ਦਰੜਾਏ ਗਏ ਨੇ, ਜੋ ਜੋ ਪਰਮਾਤਮਾ ਦੀ ਭਗਤੀ ਦੇ ਸਿਧਾਂਤ ਅਪਣਾਏ ਜਾਂਦੇ ਰਹੇ ਨੇ, ਜਿਨ੍ਹਾਂ ਨੂੰ ਲੋਕ ਮੰਨਦੇ ਨੇ, ਉਹ ਪ੍ਰਚਲਿਤ ਰਹੇ ਨੇ। ਤੀਨੋਂ ਯੁੱਗ ਤੀਨੋਂ ਦੇੜੇ, ਤਿੰਨਾਂ ਯੁੱਗਾਂ ਦੇ ਵਿੱਚ ਇਹ ਪਹਿਲੀ ਪੰਕਤੀ ਦੇ ਵਿੱਚ ਜੋ ਸਤਿਗੁਰੂ ਜੀ ਦਰਸਾ ਆਏ ਨੇ ਉਸ ਤਰ੍ਹਾਂ ਲੋਕ ਵਿਚਰਦੇ ਰਹੇ ਔਰ ਉਸੇ ਹੀ ਪ੍ਰਕਾਰ ਜੋ ਲੋਕ ਨੇ ਉਹਨਾਂ ਦਾ ਦ੍ਰਿਸ਼ਟੀਕੋਣ ਭਗਤੀ ਦੇ ਪ੍ਰਤੀ ਸੀ ਔਰ ਕਲ ਕੇਵਲ ਨਾਮ ਆਧਾਰ। ਔਰ ਇਸ ਯੁੱਗ ਦੇ ਵਿੱਚ ਲੋਕ ਇਹ ਸਮਝਦੇ ਨੇ ਕਿ ਪ੍ਰਭੂ ਦੇ ਨਾਮ ਦਾ ਜਾਪ ਕਰਨਾ ਔਰ ਕੇਵਲ ਪ੍ਰਭੂ ਦਾ ਨਾਮ ਲੈ ਲੈਣਾ ਹੀ ਪਾਰ, ਸੰਸਾਰ ਸਾਗਰ ਤੋਂ ਪਾਰ ਉਤਰਨ ਦਾ ਵਸੀਲਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਚੌਹਾਂ ਯੁੱਗਾਂ ਦੇ ਵਿੱਚ ਜਿਸ ਜਿਸ ਤਰ੍ਹਾਂ ਦਾ ਸੰਸਾਰ ਦਾ ਦ੍ਰਿਸ਼ਟੀਕੋਣ ਰਿਹਾ ਔਰ ਅੱਜ ਦੇ ਸਮੇਂ ਦੇ ਵਿੱਚ ਸਤਿਗੁਰੂ ਜੀ ਦੇ ਤਤਕਾਲੀ ਸਮੇਂ ਦੇ ਵਿੱਚ ਧਰਮ ਦੇ ਪ੍ਰਤੀ, ਪਰਮਾਤਮਾ ਦੀ ਭਗਤੀ ਦੇ ਪ੍ਰਤੀ ਸੰਸਾਰ ਦਾ ਜੋ ਦ੍ਰਿਸ਼ਟੀਕੋਣ ਸੀ ਕਿ ਕੇਵਲ ਪਰਮਾਤਮਾ ਦਾ ਨਾਮ ਜਪ ਲਈਏ ਔਰ ਜੀਵ ਦੇ ਦੁਆਰਾ ਉਸ ਦਾ ਰਟਨ ਕਰ ਲਈਏ
ਤਾਂ ਸਾਡਾ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਏਗਾ। ਇਹਨਾਂ ਚੌਹਾਂ ਯੁੱਗਾਂ ਦੇ ਵਿੱਚ ਔਰ ਪ੍ਰਚਲਿਤ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਦਾ ਲੋਕਾਂ ਦਾ ਜੋ ਸੋਚ ਸੀ, ਜੋ ਵਿਚਾਰਧਾਰਾ ਸੀ, ਉਸ ਨੂੰ ਸਤਿਗੁਰ ਜੀ ਦਰਸਾਉਂਦੇ ਹੋਏ ਅਗਾਂਹ ਦੀਆਂ ਪੰਕਤੀਆਂ ਦੇ ਵਿੱਚ ਇੱਕ ਪ੍ਰਸ਼ਨ ਖੜਾ ਕਰਦੇ ਨੇ, ਇੱਕ ਸਵਾਲੀਆ ਚਿੰਨ੍ਹ ਸਤਿਗੁਰ ਜੀ ਲਗਾਉਂਦੇ ਨੇ। ਸਤਿਗੁਰ ਜੀ ਆਖਦੇ ਨੇ, ਪਾਰ ਕੈਸੇ ਪਾਏ ਬੋਰੇ, ਮੂਸੋ ਕਉ ਕਉ ਨਾ ਕਹਿ ਸਮਝਾਏ, ਜਾਤੇ ਆਵਾਗਮਨ ਮਿਲਾਏ। ਸਤਿਗੁਰ ਜੀ ਆਖਦੇ ਨੇ ਕਿ ਠੀਕ ਹੈ, ਤੁਸੀਂ ਲੋਕ ਇਹ ਮੰਨਦੇ ਹੋ, ਸੰਸਾਰ ਇਹਨਾਂ ਗੱਲਾਂ ਨੂੰ ਮੰਨਦਾ ਕਿ ਸਤਿਯੁਗ ਦੇ ਵਿੱਚ ਤਪ ਔਰ ਤ੍ਰੇਤੇ ਦੇ ਵਿੱਚ ਜਗ ਆਦਿਕ ਕਰਮ ਔਰ ਦੁਆਪਰ ਦੇ ਵਿੱਚ ਪੂਜਾ ਪੱਧਤੀਆਂ ਭਿੰਨ ਭਿੰਨ ਔਰ ਕਲਯੁਗ ਦੇ ਵਿੱਚ ਪਰਮਾਤਮਾ ਦਾ ਨਾਮ ਜੀਵਾ ਦੁਆਰਾ ਲੈ ਲੈਣਾ, ਇਹਨਾਂ ਸਾਧਨਾ ਦੇ ਰਾਹੀਂ ਸੰਸਾਰ ਤੋਂ ਪਾਰ ਉਤਾਰਾ ਮੰਨਿਆ ਜਾਂਦਾ ਹੈ। ਪਰ ਸਤਿਗੁਰ ਜੀ ਪ੍ਰਸ਼ਨ ਖੜਾ ਕਰਦੇ ਨੇ, ਪਾਰ ਕੈਸੇ ਪਾਏ ਬੋਰੇ, ਇਸ ਸੰਸਾਰ ਸਾਗਰ ਤੋਂ ਇਹਨਾਂ ਢੰਗਾਂ ਦੇ ਦੁਆਰਾ ਕਿ ਕੇਵਲ ਜੀਵ ਦੁਆਰਾ ਰੱਬ ਦਾ ਨਾਮ ਲੈ ਲੈਣਾ, ਪਰਮਾਤਮਾ ਨੂੰ ਯਾਦ ਕਰ ਲੈਣਾ, ਉਸ ਦਾ ਨਾਮ ਜਪ ਲੈਣਾ, ਪਾਰ ਕੈਸੇ ਪਾਏ ਬੋਰੇ, ਇਸ ਸੰਸਾਰ ਤੋਂ ਕਿਵੇਂ ਪਾਰ ਲੱਗਾਂਗੇ। ਸਤਿਗੁਰ ਜੀ ਪ੍ਰਸ਼ਨ ਚਿੰਨ੍ਹ ਇੱਥੇ ਲਗਾਉਂਦੇ ਨੇ ਕਿ ਕੇਵਲ ਜੀਵ ਦੁਆਰਾ ਰੱਬ ਦਾ ਨਾਮ ਲੈਣ ਦੇ ਨਾਲ ਸੰਸਾਰ ਸਾਗਰ ਤੋਂ ਪਾਰ ਨਹੀਂ ਉਤਰਿਆ ਜਾਣਾ। ਸੋ ਇਹਨਾਂ ਪੰਕਤੀਆਂ ਦੇ ਵਿੱਚ, ਦੋਨਾਂ ਪੰਕਤੀਆਂ ਦੇ ਵਿੱਚ ਵਰਣਨ ਕਰਨ ਤੋਂ ਬਾਅਦ ਸਤਿਗੁਰੂ ਜੀ ਇਸ ਪੰਕਤੀ ਦੇ ਵਿੱਚ ਇਹਨਾਂ ਸਾਰੀਆਂ ਪੱਧਤੀਆਂ ਦੇ ਉੱਪਰ ਪ੍ਰਸ਼ਨ ਚਿੰਨ੍ਹ ਲਗਾ ਦਿੰਦੇ ਨੇ ਔਰ ਅਗਲੀਆਂ ਪੰਕਤੀਆਂ ਦੇ ਵਿੱਚ ਇਸੇ ਸ਼ਬਦ ਦੀਆਂ ਸਤਿਗੁਰੂ ਜੀ ਫਿਰ ਇੱਕ ਨਵਾਂ ਸਿਧਾਂਤ ਜਗਤ ਨੂੰ ਬਖਸ਼ਿਸ਼ ਕਰਦੇ ਨੇ। ਪਾਰ ਕੈਸੇ ਪਾਏ ਬੋਰੇ, ਕਿਵੇਂ ਪਾਰ ਲੱਗਾਂਗੇ, ਮੋਸੋ ਕੋਊ ਨਾ ਕਹਿ ਸਮਝਾਏ। ਕੋਈ ਵੀ ਇਹ ਗੱਲ ਸਮਝਾਉਣ ਦੇ ਵਿੱਚ ਸਮਰੱਥ ਨਹੀਂ ਹੈ ਸੰਸਾਰ ਨੂੰ ਕਿ ਕੇਵਲ ਜੀਵ ਦੇ ਦੁਆਰਾ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਸੰਸਾਰ ਤੋਂ ਪਾਰ ਉਤਾਰਾ ਕਿਵੇਂ ਹੋਏਗਾ। ਇਸ ਸਵਾਲ ਦਾ ਜਵਾਬ ਸੰਸਾਰ ਦੇ ਕਿਸੇ ਜੀਵ ਕੋਲ ਨਹੀਂ ਹੈ। ਪਾਰ ਕੈਸੇ ਪਾਏ ਬੋਰੇ, ਮੋਸੋ ਕੋਊ ਨਾ ਕਹਿ ਸਮਝਾਏ, ਜਾਤੇ ਆਵਾਗਮਨ ਬਿਲਾਏ। ਕਿ ਸੰਸਾਰ ਦੇ ਵਿੱਚ ਜੀਵ ਦਾ ਆਉਣਾ ਜਾਣਾ, ਆਵਾਗਮਨ, ਕੇਵਲ ਜੀਵ ਦੁਆਰਾ ਪਰਮਾਤਮਾ ਦਾ ਨਾਮ ਲਿਆ ਨਹੀਂ ਮਿਟਿਆ ਜਾਣਾ, ਨਹੀਂ ਮਿਟੇਗਾ। ਆਵਣ ਜਾਣਾ, ਇਸ ਸੰਸਾਰ ਦੇ ਵਿੱਚ ਆਉਣਾ ਜਾਣਾ ਇਸ ਜੀਵ ਦਾ ਨਹੀਂ ਖਤਮ ਹੋਏਗਾ, ਨਹੀਂ ਸਮਾਪਤ ਹੋਏਗਾ, ਕੇਵਲ ਜੀਵ ਦੁਆਰਾ ਪਰਮਾਤਮਾ ਦਾ ਨਾਮ ਲੈਣ ਦੇ ਨਾਲ। ਪਾਰ ਕੈਸੇ ਪਾਏ ਬੋਰੇ, ਮੋਸੋ ਕੋਊ ਨਾ ਕਹਿ ਸਮਝਾਏ, ਜਾਤੇ ਆਵਾਗਮਨ ਬਿਲਾਏ। ਸਤਿਗੁਰੂ ਜੀ ਆਖਦੇ ਨੇ, ਬਹੁ ਬਿਧ ਧਰਮ ਨਿਰੂਪੀ ਹੈ ਕਿ ਬੜੇ ਬੜੇ ਢੰਗਾਂ ਦੇ ਨਾਲ, ਵੱਖ-ਵੱਖ ਢੰਗਾਂ ਦੇ ਨਾਲ ਜਗਤ ਨੂੰ ਜੋ ਧਰਮ ਹੈ ਉਹ ਸਮਝਾਇਆ ਜਾਂਦਾ ਕਿ ਧਰਮ ਇਸ ਤਰ੍ਹਾਂ ਧਰਮ ਦੀ ਪ੍ਰਾਪਤੀ ਹੋਏਗੀ, ਆਹ ਧਰਮ ਦਾ ਮਾਰਗ ਹੈ। ਕਰਤਾ ਦੀਸੈ ਸਭ ਲੋਏ। ਔਰ ਜਿਸ ਜਿਸ ਤਰ੍ਹਾਂ ਸੰਸਾਰ ਦੇ ਜੋ ਧਰਮ ਦੇ ਜੋ ਪ੍ਰਚਾਰਕ ਨੇ, ਮੁਖੀ ਨੇ ਔਰ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਆਖਦੇ ਨੇ, ਉਹ ਸੰਸਾਰ ਨੂੰ ਧਰਮ ਦੇ ਰਸਤੇ ਦਰੜਾ ਰਹੇ ਨੇ ਔਰ ਦੱਸ ਰਹੇ ਨੇ ਕਿ ਇਸ ਤਰ੍ਹਾਂ ਧਰਮ ਦੀ ਪ੍ਰਾਪਤੀ ਹੋਏਗੀ, ਪਰਮਾਰਥ ਦੀ ਪ੍ਰਾਪਤੀ ਹੋਏਗੀ। ਕਰਤਾ ਦੀਸੈ ਸਭ ਲੋਏ। ਔਰ ਜਿਵੇਂ ਜਿਵੇਂ ਸੰਸਾਰ ਨੂੰ ਉਹ ਦਰਸਾ ਰਹੇ ਨੇ ਉਸ ਤਰ੍ਹਾਂ ਲੋਕ ਕਰ ਵੀ ਰਹੇ ਨੇ। ਕਰਤਾ ਦੀਸੈ ਸਭ ਲੋਏ, ਸਭ ਲੋਕ ਉਸੇ ਤਰ੍ਹਾਂ ਕਰ ਰਹੇ ਨੇ। ਪਰ ਕਵਨ ਕਰਮ ਤੇ ਛੂਟੀ ਹੈ, ਜਿਹ ਸਾਧੇ ਸਭ ਸਿੱਧ ਹੋਏ। ਸਤਿਗੁਰੂ ਜੀ ਆਖਦੇ ਨੇ, ਉਹ ਕਿਹੜਾ ਕਰਮ ਹੈ ਜਿਸ ਦੁਆਰਾ ਕਰਨ ਦੇ ਨਾਲ ਇੱਕ ਦੋ ਨਹੀਂ ਸਾਰੇ ਕਾਰਜ ਰਾਸ ਹੋ ਜਾਣ, ਉਸ ਦਾ ਪਤਾ ਕਿਸੇ ਨੂੰ ਵੀ ਨਹੀਂ ਹੈ। ਬਹੁ ਬਿਧ ਧਰਮ ਨਿਰੂਪੀ ਹੈ, ਕਰਤਾ ਦੀਸੈ ਸਭ ਲੋਏ, ਕਵਨ ਕਰਮ ਤੇ ਛੂਟੀਐ, ਜਿਹ ਸਾਧੇ ਸਭ ਸਿੱਧ ਹੋਏ। ਕਰਮ ਅਕਰਮ ਵਿਚਾਰੀਐ, ਸੰਕਾ ਸੁਨ ਵੇਦ ਪੁਰਾਨ, ਸੰਸਾ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਸਤਿਗੁਰੂ ਜੀ ਆਖਦੇ ਨੇ ਕਿ ਜੋ ਸਮੇਂ ਦੀਆਂ ਧਾਰਮਿਕ ਪੁਸਤਕਾਂ ਨੇ, ਉਹਨਾਂ ਨੂੰ ਪੜ੍ਹ ਕੇ ਵੀ ਜੀਵ ਦਾ ਆਵਾਗਮਨ ਤੋਂ ਛੁਟਕਾਰਾ ਨਹੀਂ ਹੁੰਦਾ, ਸਗੋਂ ਜੀਵ ਸੰਸਿਆਂ ਦੇ ਵਿੱਚ ਪੈਂਦਾ ਹੈ
ਸ਼ੰਕੇ ਹੀ ਉਸ ਦੇ ਮਨ ਦੇ ਵਿੱਚ ਪੈਦਾ ਹੁੰਦੇ ਨੇ। ਸ਼ੰਕੇ ਨਿਵਰਤ ਹੋਣ ਦੀ ਬਜਾਏ ਸ਼ੰਕੇ ਹੋਰ ਇਸ ਦੇ ਮਨ ਦੇ ਵੱਧਦੇ ਜਾ ਰਹੇ ਨੇ, ਔਰ ਇਸ ਦੇ ਅੰਦਰਲਾ ਜੋ ਅਭਿਮਾਨ ਹੈ, ਹਉਮੈ ਹੈ, ਹਉਂ ਦੀ ਜੋ ਭਾਵਨਾ ਹੋਰ ਵੱਧਦੀ ਜਾ ਰਹੀ ਹੈ। ਬਾਹਰ ਉਦਕ ਪਖਾਰੀਐ ਘਟ ਭੀਤਰ ਬਿਬਦ ਵਿਕਾਰ, ਸੁਧ ਕਵਨ ਪਰ ਹੋਏਗੋ ਬੋ ਸੁਚ ਕੁੰਚਰ ਬਿਦ ਵਿਵਹਾਰ। ਸਤਿਗੁਰ ਜੀ ਆਖਦੇ ਨੇ ਕਿ ਸੰਸਾਰ ਦਾ ਜੋ ਪ੍ਰਚਲਨ ਹੈ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਧਰਮ ਦੇ ਮੁਖੀਆਂ ਨੇ, ਜਿਸ ਤਰ੍ਹਾਂ ਵਿਦਵਾਨ ਲੋਕਾਂ ਨੇ ਸੰਸਾਰ ਨੂੰ ਦਰਸਾਇਆ, ਉਸ ਤਰ੍ਹਾਂ ਲੋਕਾਂ ਨੇ ਉਸ ਰਸਤੇ 'ਤੇ ਲੋਕ ਚੱਲੇ ਵੀ। ਪਰ ਸਤਿਗੁਰ ਜੀ ਆਖਦੇ ਨੇ ਇਹ ਕੇਵਲ ਹਾਥੀ ਦੇ ਨਹਾਉਣ ਵਾਂਗ ਹੈ ਕਿ ਹਾਥੀ ਨਹਾਉਣ ਤੋਂ ਬਾਅਦ ਫਿਰ ਆਪਣੇ ਸਿਰ ਦੇ ਵਿੱਚ ਮਿੱਟੀ ਪਾ ਲੈਂਦਾ, ਆਪਣੇ ਆਪ ਸਿਰ ਦੇ ਵਿੱਚ ਆਪਣੇ ਛਾਰ ਪਾ ਲੈਂਦਾ ਔਰ ਦੁਬਾਰਾ ਫਿਰ ਗੰਦਾ ਹੋ ਜਾਂਦਾ। ਸਤਿਗੁਰ ਜੀ ਆਖਦੇ ਨੇ ਕਿ ਜਿਹੜੇ ਧਰਮ ਕਰਮ ਦੇ ਜੋ ਕੰਮ ਨੇ ਲੋਕ ਕਰਦੇ ਨੇ, ਉਸ ਤੋਂ ਬਾਅਦ ਫਿਰ ਵਿਸ਼ਿਆਂ ਦੇ ਵਿੱਚ ਇਹਨਾਂ ਦਾ ਮਨ ਮਲੀਨ ਹੋ ਜਾਂਦਾ, ਔਰ ਇਸ ਦੀ ਤੁਲਨਾ ਸਤਿਗੁਰ ਜੀ ਨੇ ਹਾਥੀ ਦੇ ਨਹਾਉਣ ਦੇ ਨਾਲ ਕੀਤੀ ਹੈ। ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਵਿਦ ਵਿਵਹਾਰ, ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ। ਸਤਿਗੁਰ ਜੀ ਆਖਦੇ ਨੇ ਕਿ ਜਦੋਂ ਸੰਸਾਰ ਦੇ ਵਿੱਚ ਸੂਰਜ ਉਦੈ ਹੁੰਦਾ ਤੇ ਰਾਤ ਦਾ ਜੋ ਹਨੇਰਾ ਹੈ ਉਹ ਛੱਟ ਜਾਂਦਾ ਹੈ, ਚਾਨਣ ਹੀ ਚਾਨਣ ਸਾਰੇ ਪਾਸੇ ਪਸਰ ਜਾਂਦਾ ਹੈ। ਇਸ ਗੱਲ ਨੂੰ ਸਾਰਾ ਸੰਸਾਰ ਜਾਣਦਾ ਹੈ। ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ, ਪਾਰਸ ਮਾਨੋ ਤਾਂਬੋ ਛੂਏ ਕਨਕ ਹੋਤ ਨਹੀਂ ਬਾਰ, ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਲਾਟ, ਉਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ। ਸਤਿਗੁਰ ਜੀ ਅਗਾਂਹ ਆਖਦੇ ਨੇ ਭਗਤ ਜੁਗਤ ਮਤ ਸਤ ਕਰੀ, ਕਿ ਜਿਹੜੀ ਭਗਤੀ ਦੀ ਜੁਗਤ ਹੈ, ਕਿਹੜੀ ਭਗਤੀ ਦੀ ਜੁਗਤ ਹੈ? ਜਿਹੜੀ ਸਤਿਗੁਰ ਜੀ ਦਰੜਾਉਂਦੇ ਨੇ, ਜਿਹੜਾ ਨਵਾਂ ਸਿਧਾਂਤ ਸੰਸਾਰ ਨੂੰ ਬਖਸ਼ਿਸ਼ ਕਰਦੇ ਨੇ। ਭਗਤ ਜੁਗਤ ਮਤ ਸਤ ਕਰੀ, ਉਸ ਦਾ ਵਰਣਨ ਅਗਲੀਆਂ ਪੰਕਤੀਆਂ ਦੇ ਵਿੱਚ ਸਤਿਗੁਰ ਜੀ ਕਰਦੇ ਨੇ। ਭਗਤ ਜੁਗਤ ਮਤ ਸਤ ਕਰੀ, ਜਿਹੜੀ ਜੀਵ ਦੀ ਮਤ ਹੈ, ਜਿਹੜੀ ਜੀਵ ਦੀ ਬੁੱਧ ਹੈ, ਉਹਨੂੰ ਨਿਰਮਲ ਕਰਦੀ ਹੈ, ਜੋ ਭਗਤੀ ਦੀ ਜੁਗਤ ਹੈ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ, ਔਰ ਜੀਵ ਦੇ ਮਨ ਦੇ ਜਿਤਨੇ ਵੀ ਭਰਮ ਨੇ ਉਹ ਸਾਰੇ ਇਸ ਜੁਗਤੀ ਦੇ ਨਾਲ ਦੂਰ ਹੁੰਦੇ ਨੇ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ, ਸੋਈ ਬਸ ਰਸ ਮਨ ਮਿਲੇ ਗੁਣ ਨਿਰਗੁਣ ਏਕ ਵਿਚਾਰ। ਸਾਰੇ ਸੰਸਿਆਂ ਤੋਂ ਜੀਵ ਮੁਕਤ ਹੋ ਜਾਂਦਾ। ਸਤਿਗੁਰ ਜੀ ਅਗਾਂਹ ਆਖਦੇ ਨੇ, ਔਰ ਕਿਹੜਾ ਸਿਧਾਂਤ ਸਤਿਗੁਰ ਜੀ ਸੰਸਾਰ ਨੂੰ ਬਖਸ਼ਿਸ਼ ਕਰਦੇ ਨੇ, ਕਿਹੜਾ ਨਵਾਂ ਸਿਧਾਂਤ ਦਿੰਦੇ ਨੇ, ਕਿਹੜੀ ਜੀਵਨ ਪੱਧਤੀ, ਕਿਹੜਾ ਨਵਾਂ ਧਰਮ ਸਤਿਗੁਰ ਜੀ ਸੰਸਾਰ ਨੂੰ ਦਰਸਾਉਂਦੇ ਨੇ। ਅਨੇਕ ਯਤਨ ਨਿਗ੍ਰਹਿ ਕੀਏ ਟਾਰੀ ਨਾ ਟਰੈ ਭ੍ਰਮ ਫਾਸ। ਸਤਿਗੁਰ ਜੀ ਆਖਦੇ ਨੇ ਕਿ ਇਸ ਮਨ ਨੂੰ ਸਾਧਣ ਦੇ, ਇਸ ਮਨ ਨੂੰ ਸਿੱਧੇ ਰਾਹ ਲਾਉਣ ਦੇ ਬਹੁਤ ਸਾਰੇ ਯਤਨ ਕੀਤੇ ਗਏ, ਜਿਨ੍ਹਾਂ ਦਾ ਵਰਣਨ ਇਸ ਸ਼ਬਦ ਦੇ ਵਿੱਚ ਸਤਿਗੁਰ ਜੀ ਪਹਿਲੀਆਂ ਪੰਕਤੀਆਂ ਦੇ ਵਿੱਚ ਕਰ ਆਏ ਨੇ ਕਿ ਇਸ ਮਨ ਨੂੰ ਵਸ ਕਰਨ ਦੇ, ਇਸ ਮਨ ਨੂੰ ਸਿੱਧੇ ਰਾਹ 'ਤੇ ਪਾਉਣ ਦੇ ਅਨੇਕ ਯਤਨ, ਬਹੁਤ ਯਤਨ ਕੀਤੇ ਗਏ। ਨਿਗ੍ਰਹਿ ਕੀਏ, ਨਿਗ੍ਰਹਿ ਦਾ ਭਾਵ ਹੈ ਸੰਜਮ ਦੇ ਵਿੱਚ ਮਨ ਨੂੰ ਲੈ ਕਰਕੇ ਆਉਣਾ, ਸਿੱਧੇ ਰਸਤੇ 'ਤੇ ਤੋਰਨਾ। ਅਨੇਕ ਯਤਨ ਨਿਗ੍ਰਹਿ ਕੀਏ ਟਾਰੀ ਨਾ ਟਰੈ ਭ੍ਰਮ ਫਾਸ, ਫਿਰ ਵੀ ਜਿਹੜਾ ਮਨ ਦੇ ਭਰਮ ਨੇ ਉਹ ਦੂਰ ਨਹੀਂ ਹੁੰਦੇ। ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ। ਸਤਿਗੁਰ ਜੀ ਆਖਦੇ ਨੇ ਜਿਤਨਾ ਚਿਰ ਇਸ ਜੀਵ ਦੇ ਮਨ ਦੇ ਵਿੱਚ ਪ੍ਰੇਮਾ ਭਗਤੀ ਨਹੀਂ ਪੈਦਾ ਹੁੰਦੀ, ਜੋ ਪਰਮਾਤਮਾ ਦੇ ਪ੍ਰਤੀ ਇਸ ਦੇ ਮਨ ਦੇ ਵਿੱਚ ਜਿੰਨੀ ਦੇਰ ਪ੍ਰੇਮ ਪੈਦਾ ਨਹੀਂ ਹੁੰਦਾ, ਜਿਤਨੀ ਦੇਰ ਇਸ ਜੀਵ ਦੇ ਮਨ ਦੇ ਵਿੱਚ ਪ੍ਰੇਮ ਦੇ ਨਾਲ ਭਰਪੂਰ ਸਮਰਪਣ ਭਾਵ ਵਾਲੀ ਭਗਤੀ ਪੈਦਾ ਨਹੀਂ ਹੁੰਦੀ, ਉਤਨੀ ਦੇਰ ਤੱਕ ਇਸ ਜੀਵ ਦਾ ਆਵਾਗਮਨ ਤੋਂ ਨਾ ਛੁਟਕਾਰਾ ਹੋਵੇਗਾ, ਨਾ ਇਸ ਦੇ ਮਨ ਦੇ ਜਿਹੜੇ ਭਰਮ ਨੇ, ਜਿਹੜਾ ਇਸ ਦੇ ਮਨ ਦਾ ਹਨੇਰਾ ਹੈ, ਉਹ ਕਿਸੇ ਵੀ ਢੰਗ ਉਤਨੀ ਦੇਰ ਤੱਕ ਦੂਰ ਨਹੀਂ ਹੋਏਗਾ। ਸੋ ਸਤਿਗੁਰ ਜੀ ਇਸ ਪਾਵਨ ਸ਼ਬਦ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੋ ਸੰਸਾਰ ਦੇ ਵਿੱਚ ਧਰਮ ਦੇ ਪ੍ਰਤੀ, ਪਰਮਾਰਥ ਦੇ ਪ੍ਰਤੀ ਵਿਦਵਾਨ ਲੋਕਾਂ ਦਾ ਦਰਸਾਇਆ ਹੋਇਆ ਜਿਹੜਾ ਮਾਰਗ ਸੀ, ਔਰ ਉਸ ਨੂੰ
ਸੰਸਾਰ ਦੇ ਲੋਕ ਉਸੇ ਰੂਪ ਦੇ ਵਿੱਚ ਅਪਣਾ ਵੀ ਰਹੇ ਸਨ, ਕਰ ਵੀ ਰਹੇ ਸਨ, ਪਰ ਫਿਰ ਵੀ ਉਹਨਾਂ ਦੀ ਹਉਮੈ, ਉਹਨਾਂ ਦੇ ਮਨ ਦੇ ਭਰਮ ਦੂਰ ਨਹੀਂ ਹੋ ਰਹੇ ਸਨ, ਔਰ ਫਿਰ ਵੀ ਉਹ ਹਉਮੈ ਦੇ ਵਿੱਚ ਸ਼ਿਕਾਰ ਸਨ, ਦੁੱਖਾਂ ਦੇ ਵਿੱਚ ਫਸੇ ਹੋਏ ਸਨ, ਭਰਮਾਂ ਦੇ ਵਿੱਚ ਫਸੇ ਹੋਏ ਸਨ। ਇੱਥੇ ਸਤਿਗੁਰੂ ਜੀ ਨੇ ਪਿਛਲੀਆਂ ਪੰਕਤੀਆਂ ਦੇ ਵਿੱਚ ਇਸੇ ਸ਼ਬਦ ਦੀਆਂ ਨਵਾਂ ਸਿਧਾਂਤ ਜਗਤ ਨੂੰ ਦਿੱਤਾ ਕਿ ਪ੍ਰੇਮ ਭਗਤੀ, ਪ੍ਰੇਮਾ ਰੂਪੀ ਜਿਹੜੀ ਭਗਤੀ ਹੈ ਪ੍ਰਮਾਤਮਾ ਦੇ ਪ੍ਰਤੀ ਪੂਰਨ ਸਮਰਪਣ ਵਾਲੀ ਜਿਹੜੀ ਭਗਤੀ ਹੈ, ਉਹ ਸਿਧਾਂਤ ਸਤਿਗੁਰੂ ਜੀ ਨੇ ਸੰਸਾਰ ਨੂੰ ਦਿੱਤਾ। ਔਰ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਨੇ, ਹਉ ਬਨਜਾਰੋ ਰਾਮ ਕੋ, ਕਿ ਮੈਂ ਪਰਮਾਤਮਾ ਦੇ ਨਾਮ ਦਾ ਵਣਜਾਰਾ ਹਾਂ। ਹਉ ਬਨਜਾਰੋ ਰਾਮ ਕੋ ਸਹਿਜ ਕਰੋ ਵਪਾਰ, ਔਰ ਮੈਂ ਸਹਿਜ ਦਾ ਵਪਾਰ ਕਰਦਾ ਹਾਂ। ਔਰ ਸਤਿਗੁਰੂ ਜੀ ਦੀ ਜੋ ਭਗਤੀ ਪੱਧਤੀ ਹੈ, ਜੋ ਸੰਸਾਰ ਨੂੰ ਜੀਵਨ ਮਾਰਗ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਜਿਹੜਾ ਧਰਮ ਸੰਸਾਰ ਨੂੰ ਦਿੰਦੇ ਨੇ, ਉਹਦੀ ਜਿਹੜੀ ਨੀਂਹ ਹੈ, ਜਿਹੜਾ ਉਹਦਾ ਬੇਸ ਹੈ, ਉਹ ਪ੍ਰੇਮਾ ਭਗਤੀ ਦੇ ਉੱਪਰ ਔਰ ਸਹਿਜ ਦਾ ਜੋ ਜੀਵਨ ਮਾਰਗ ਹੈ ਉਸ ਉੱਪਰ ਆਧਾਰਿਤ ਹੈ। ਸਤਿਗੁਰੂ ਜੀ ਆਖਦੇ ਨੇ, ਹਉ ਬਨਜਾਰੋ ਰਾਮ ਕੋ ਸਹਿਜ ਕਰੋ ਵਪਾਰ, ਕਿ ਮੈਂ ਸਹਿਜ ਦਾ ਵਪਾਰ ਕਰਦਾ। ਸਹਿਜ ਕੀ ਹੈ? ਕਿ ਜੀਵਨ ਦੇ ਵਿੱਚ ਸਾਰੇ ਜਿਹੜੇ ਭਰਮ ਨੇ, ਇਸ ਜੀਵ ਦੇ ਮਨ ਦਾ ਜੋ ਹਨੇਰਾ ਹੈ ਉਹ ਦੂਰ ਹੋ ਜਾਵੇ, ਔਰ ਸਹਿਜ ਦੇ ਵਿੱਚ ਇਸ ਦਾ ਮਨ ਰਹੇ, ਕੋਈ ਇਸ ਦੇ ਮਨ ਨੂੰ ਚਿੰਤਾ ਨਾ ਹੋਵੇ, ਕੋਈ ਦੁੱਖ ਨਾ ਹੋਵੇ। ਉਸ ਅਵਸਥਾ ਦੇ ਵਿੱਚ ਪਰਮਾਤਮਾ ਦੇ ਸਮਰਪਣ ਭਾਵ ਦੇ ਵਿੱਚ ਇਹ ਅਵਸਥਾ ਪੈਦਾ ਹੁੰਦੀ ਹੈ। ਸਤਿਗੁਰੂ ਜੀ ਆਖਦੇ ਨੇ, ਮੈਂ ਉਸ ਅਵਸਥਾ ਦਾ ਵਪਾਰ ਕਰਦਾ ਹਾਂ। ਸਹਿਜ ਕਰੋ ਵਪਾਰ, ਮੈਂ RAM ਨਾਮ ਧਨ ਲਾਦਿਆ, ਔਰ ਮੇਰੇ ਪਾਸ ਪਰਮਾਤਮਾ ਦੇ ਨਾਮ ਦੇ ਭੰਡਾਰ ਨੇ। ਮੈਂ RAM ਦੇ ਨਾਮ ਦਾ ਪਰਮਾਤਮਾ ਜਿਹੜਾ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਹੈ, ਜਿਹੜਾ ਜ਼ਰੇ ਜ਼ਰੇ ਦੇ ਵਿੱਚ ਭਰਪੂਰ ਹੈ, ਜਿਹਦਾ ਕਣ ਕਣ ਦੇ ਵਿੱਚ ਜਿਸ ਦਾ ਨੂਰ ਹੈ ਰਮਿਆ ਹੋਇਆ, ਮੈਂ RAM ਨਾਮ, ਉਸ ਦੇ ਨਾਮ ਦਾ ਧਨ ਲੱਦਿਆ ਹੋਇਆ। ਬਿਖ ਲਾਦੀ ਸੰਸਾਰ, ਔਰ ਸੰਸਾਰ ਦੇ ਜਿਹੜੇ ਲੋਕ ਨੇ, ਕਿ ਜਿਸ ਦਾ ਵਰਣਨ ਸਤਿਗੁਰੂ ਜੀ ਨੇ ਗੌੜੀ ਬੈਰਾਗਣ ਵਾਲੇ ਸ਼ਬਦ ਦੇ ਵਿੱਚ ਕੀਤਾ ਸੀ, ਕਿ ਸੰਸਾਰ ਦੇ ਲੋਕਾਂ ਨੇ ਆਪਣੇ ਉੱਪਰ ਜ਼ਹਿਰਾਂ ਲੱਦੀਆਂ ਹੋਈਆਂ ਨੇ, ਦੁਖੀ ਨੇ ਲੋਕ, ਔਰ ਉਸ ਤਪਦੀ, ਦਗਦੀ, ਜਲਦੀ, ਦੁਖੀ ਲੋਕਾਈ ਨੂੰ ਸਤਿਗੁਰੂ ਜੀ ਨੇ ਸ਼ਾਂਤ ਕੀਤਾ, ਉਹਨਾਂ ਦੇ ਮਨਾਂ ਨੂੰ ਠੰਡਕ ਬਖਸ਼ੀ, ਸ਼ੀਤਲਤਾ ਬਖਸ਼ੀ ਆਪਣੀ ਪਾਵਨ ਵਿਚਾਰਧਾਰਾ ਦੇ ਰਾਹੀਂ। ਮੈਂ RAM ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਸੰਸਾਰ ਦੇ ਲੋਕਾਂ ਨੇ ਜ਼ਹਿਰਾਂ ਹੀ ਲੱਦੀਆਂ ਹੋਈਆਂ ਨੇ, ਉਹਨਾਂ ਜ਼ਹਿਰਾਂ ਦੇ ਕਾਰਨ ਸਾਰੇ ਸੰਸਾਰ ਦੇ ਲੋਕ ਦੁਖੀ ਨੇ, ਦੁੱਖ ਭੋਗ ਰਹੇ ਨੇ। ਉਹਨਾਂ ਦੇ ਮਨ ਦੇ ਵਿੱਚ ਜਿਸ ਤਰ੍ਹਾਂ ਕਿ ਅਗਨੀ ਬਲ ਰਹੀ ਹੋਵੇ, ਜਲ ਰਹੇ ਨੇ ਉਹਨਾਂ ਦੇ ਮਨ। ਸੋ ਸਤਿਗੁਰੂ ਜੀ ਨੇ ਸ਼ੀਤਲਤਾ ਬਖਸ਼ੀ ਉਹਨਾਂ ਲੋਕਾਂ ਨੂੰ, ਉਹਨਾਂ ਸਾਰੇ ਮਨਾਂ ਨੂੰ। ਮੈਂ RAM ਨਾਮ ਧਨ ਲਾਦਿਆ, ਬਿਖ ਲਾਦੀ ਸੰਸਾਰ। ਔਰ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਵਿੱਚ ਇੱਕ ਜਗ੍ਹਾ ਹੋਰ ਆਖਦੇ ਨੇ, ਸਹਿਜੇ ਬਲਦਿਆਂ ਲਾਦ ਕਰ, ਚੌਹਦ ਸਟਾਂਡੋ ਮੇਲ ਰੇ। ਸਤਿਗੁਰੂ ਜੀ ਆਖਦੇ ਨੇ ਕਿ ਮੈਂ ਆਪਣੇ ਕਾਫਲੇ ਦੇ ਵਿੱਚ ਸਹਿਜ ਲੱਦ ਲਈ ਹੈ, ਸਹਿਜ ਦੇ ਨਾਲ ਮੇਰਾ ਕਾਫਲਾ ਭਰਪੂਰ ਹੈ, ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਨਾਲ ਮੇਰਾ ਕਾਫਲਾ ਭਰਪੂਰ ਹੈ। ਔਰ ਚੌਹਦ ਸਟਾਂਡੋ ਮੇਲ ਰੇ, ਔਰ ਇਹ ਜੋ ਕਾਫਲਾ ਲੈ ਕਰਕੇ ਮੈਂ ਚਾਰਾਂ ਦਿਸ਼ਾਵਾਂ ਦੇ ਵਿੱਚ ਸਾਰੇ ਪਾਸੇ ਨਿਕਲ ਪਿਆ ਹਾਂ। ਔਰ ਜਿਹੜੇ ਸੰਸਾਰ ਨੇ ਜ਼ਹਿਰ ਲੱਦੀ ਹੋਈ ਹੈ, ਜਿਹੜਾ ਸੰਸਾਰ ਦੁਖੀ ਹੈ, ਮੇਰੀ ਕੋਸ਼ਿਸ਼ ਹੈ ਕਿ ਉਸ ਸੰਸਾਰ ਨੂੰ ਮੈਂ ਠੰਡਕ ਬਖਸ਼ ਸਕਾਂ, ਉਸ ਸੰਸਾਰ ਨੂੰ ਮੈਂ ਦੁੱਖਾਂ ਤੋਂ ਕੱਢ ਸਕਾਂ, ਉਸ ਸੰਸਾਰ ਨੂੰ ਸੁੱਖ ਦੇ ਸਕਾਂ, ਖੁਸ਼ੀਆਂ ਉਹਨਾਂ ਦੇ ਵਾਸਤੇ ਉਤਪੰਨ ਕਰ ਸਕਾਂ। ਸਹਿਜੇ ਬਲਦਿਆਂ ਲਾਦ ਕਰ, ਸਹਿਜ ਨੂੰ ਲੱਦਿਆ ਹੋਇਆ, ਪ੍ਰੇਮਾ ਭਗਤੀ ਨੂੰ ਸਾਂਭਿਆ ਹੋਇਆ, ਆਪਣੇ ਅੰਤःਕਰਣ ਦੇ ਵਿੱਚ ਭਰਪੂਰ ਹੈ। ਔਰ ਚੌਹਦ ਸਟਾਂਡੋ ਮੇਲ ਰੇ, ਇਹ ਕਾਫਲਾ ਲੈ ਕਰਕੇ ਆਪਣੀ ਜਿਹੜੀ ਵਿਚਾਰਧਾਰਾ ਹੈ, ਆਪਣੀ ਜਿਹੜੀ ਸੋਚ ਹੈ, ਜਿਸ ਦੇ ਨਾਲ ਸੰਸਾਰ ਸੁਖੀ ਹੋ ਸਕਦਾ ਹੈ, ਜਿਸ ਦੇ ਨਾਲ ਸੰਸਾਰ ਨੂੰ ਦੁੱਖਾਂ ਤੋਂ ਨਿਜਾਤ ਹੋ ਸਕਦੀ ਹੈ, ਉਸ ਵਸਤ ਨੂੰ ਲੈ ਕਰਕੇ ਮੈਂ ਚੌਹਦ ਸਟਾਂਡੋ ਮੇਲ ਰੇ, ਚੌਹਾਂ ਦਿਸ਼ਾਵਾਂ ਦੇ ਵਿੱਚ ਮੈਂ ਨਿਕਲ ਪਿਆ ਹਾਂ। ਔਰ ਚੌਹਾਂ ਦਿਸ਼ਾਵਾਂ ਦੇ ਵਿੱਚ ਜਾਂਦਿਆਂ, ਹਰ ਪਾਸੇ ਜਾਂਦਿਆਂ
ਭਾਵੇਂ ਮੈਨੂੰ ਸੰਸਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇ, ਚਾਹੇ ਮੈਨੂੰ ਸੰਸਾਰ ਕੁਝ ਪਿਆ ਆਖੇ, ਪਰ ਮੈਂ ਆਪਣੇ ਰਸਤੇ ਤੇ ਅਗਾਂਹ ਵਧਿਆ ਜਾਵਾਂਗਾ। ਚੌਹਦਿਸ ਟਾਂਡੋ ਮੇਲ ਰੇ, ਇਸ ਟਾਂਡੇ ਨੂੰ ਜੋੜ ਕਰਕੇ, ਇਕੱਤਰ ਕਰਕੇ, ਮੇਲ ਕਰਕੇ ਚੌਹਾਂ ਦਿਸ਼ਾਵਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਮੈਂ ਨਿਕਲ ਪਿਆ ਹਾਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਜੀਵਨ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਸਤਿਗੁਰੂ ਜੀ ਨੇ ਚੌਹਾਂ ਦਿਸ਼ਾਵਾਂ ਦੇ ਵਿੱਚ ਯਾਤਰਾਵਾਂ ਕੀਤੀਆਂ ਔਰ ਸੰਸਾਰ ਨੂੰ ਆਪਣੀ ਨਿਰਮਲ ਵਿਚਾਰਧਾਰਾ ਦੇ ਨਾਲ ਸੀਤਲਤਾ ਪ੍ਰਦਾਨ ਕੀਤੀ। ਸਹਿਜੇ ਬਲਦਿਆ ਲਾਦ ਕਰ ਚੌਹਦਿਸ ਟਾਂਡੋ ਮੇਲ ਰੇ, ਰਾਮ ਨਾਮ ਹਮ ਲਾਦਿਓ। ਸਤਿਗੁਰੂ ਜੀ ਆਖਦੇ ਨੇ ਕਿ ਪਰਮਾਤਮਾ ਦੇ ਨਾਮ ਨੂੰ ਇਸ ਕਾਫਲੇ ਦੇ ਵਿੱਚ ਲੱਦਿਆ ਹੋਇਆ ਭਰਪੂਰ ਹੈ। ਔਰ ਰਾਮ ਨਾਮ ਹਮ ਲਾਦਿਓ ਤਤ ਹੈ ਵਿਸ਼ ਲਾਦਿਓ ਸੰਸਾਰ ਰੇ, ਸਾਰੇ ਸੰਸਾਰ ਦੇ ਵਿਸ਼ ਵਿੱਚ ਵਿਸ਼ ਫੈਲੀ ਹੋਈ ਹੈ, ਜ਼ਹਿਰ ਦੁੱਖ ਫੈਲੇ ਹੋਏ ਨੇ, ਉਹਨਾਂ ਨੂੰ ਦੂਰ ਕਰਨ ਦਾ ਮੇਰਾ ਯਤਨ ਹੈ, ਮੇਰੀ ਕੋਸ਼ਿਸ਼ ਹੈ। ਔਰ ਸਤਿਗੁਰੂ ਜੀ ਇੱਕ ਹੋਰ ਜਗ੍ਹਾ ਆਪਣੀ ਬਾਣੀ ਦੇ ਵਿੱਚ ਆਖਦੇ ਨੇ, ਪੂਜਾ ਅਰਚਾ ਨਾ ਜਾਨੂ ਤੇਰੀ, ਕਹਿ ਰਵਿਦਾਸ ਕਵਨ ਗਤ ਮੇਰੀ। ਸਤਿਗੁਰੂ ਜੀ ਆਖਦੇ ਨੇ ਕਿ ਮੈਂ ਪਰਮਾਤਮਾ ਦੀ ਉਹ ਪੂਜਾ ਨਹੀਂ ਕਰਦਾ ਜਿਹੜਾ ਸੰਸਾਰ ਕਰ ਰਿਹਾ। ਸੰਸਾਰ ਕੀ ਕਰ ਰਿਹਾ? ਦੁੱਧ ਦੇ ਰਾਹੀਂ, ਜਲ ਦੇ ਰਾਹੀਂ, ਫੁੱਲਾਂ ਦੇ ਰਾਹੀਂ ਔਰ ਹੋਰ ਬਾਹਰੀ ਅਡੰਬਰਾਂ ਦੇ ਰਾਹੀਂ ਪਰਮਾਤਮਾ ਦੀ ਪੂਜਾ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਰਿਝਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ। ਸਤਿਗੁਰੂ ਜੀ ਆਖਦੇ ਨੇ, ਪੂਜਾ ਅਰਚਾ ਨਾ ਜਾਣੂ ਤੇਰੀ, ਮੈਨੂੰ ਐਸੀ ਪੂਜਾ ਨਹੀਂ ਆਉਂਦੀ। ਸਤਿਗੁਰੂ ਜੀ ਦੇ ਕਹਿਣ ਦਾ ਭਾਵ ਹੈ ਕਿ ਸੰਸਾਰ ਜੈਸੀ ਪੂਜਾ ਸੰਸਾਰ ਪਰਮਾਤਮਾ ਦੀ ਕਰ ਰਿਹਾ ਔਰ ਜਿਸ ਬਾਹਰੀ ਅਡੰਬਰਾਂ ਦੇ ਨਾਲ ਪਰਮਾਤਮਾ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਿਹਾ, ਉਹ ਮੈਂ ਨਹੀਂ ਕਰਦਾ। ਉਸ ਢੰਗ ਦੇ ਨਾਲ ਮੈਂ ਪਰਮਾਤਮਾ ਦੀ ਸੇਵਾ, ਉਸ ਨੂੰ ਯਾਦ ਨਹੀਂ ਕਰਦਾ, ਉਸ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਨਹੀਂ ਕਰਦਾ। ਔਰ ਕਹਿ ਰਵਿਦਾਸ ਕਵਨ ਗਤ ਮੇਰੀ। ਔਰ ਸਤਿਗੁਰੂ ਜੀ ਆਖਦੇ ਨੇ ਕਿ ਸੰਸਾਰ ਦੀ ਜਿਹੜੀ ਗਤੀ ਹੈ, ਜਿਹੜੇ ਕਰਮਾਂ ਦੁਆਰਾ, ਕਰਮ ਕਾਂਡਾਂ ਦੁਆਰਾ ਪਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਨਾਂ ਰਾਹੀਂ ਮੈਂ ਨਹੀਂ ਕਰਦਾ। ਤੇ ਸੰਸਾਰ ਭਾਵੇਂ ਇਹਨਾਂ ਢੰਗਾਂ ਦੇ ਰਾਹੀਂ, ਇਹਨਾਂ ਯਤਨਾਂ ਦੇ ਰਾਹੀਂ ਪਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇ, ਪਰ ਉਹ ਆਪਣੇ ਮਨੋਰਥ ਦੀ ਪ੍ਰਾਪਤੀ ਨਹੀਂ ਕਰ ਸਕੇਗਾ। ਔਰ ਇੱਕ ਹੋਰ ਸਥਾਨ ਤੇ ਆਪਣੀ ਪਾਵਨ ਬਾਣੀ ਦੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ, ਔਰ ਆਪਣੀ ਬਾਣੀ ਦੇ ਵਿੱਚ ਜਿਵੇਂ ਅਸੀਂ ਬਾਣੀ ਦਾ ਅਧਿਐਨ ਕਰਦੇ ਜਾਂਦੇ ਹਾਂ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਦਾ, ਸਾਨੂੰ ਸਤਿਗੁਰੂ ਜੀ ਦੀ ਵਿਚਾਰਧਾਰਾ ਦੇ ਦਰਸ਼ਨ ਹੁੰਦੇ ਨੇ, ਉਹਨਾਂ ਦੀ ਨਿਰਮਲ ਵਿਚਾਰਧਾਰਾ ਦੇ ਬਾਰੇ ਪਤਾ ਲੱਗਦਾ ਕਿ ਕਿਸ ਤਰ੍ਹਾਂ ਸੰਸਾਰ ਉਸ ਵੇਲੇ ਬਾਹਰੀ ਕਰਮ ਕਾਂਡਾਂ ਦੇ ਵਿੱਚ ਫਸਿਆ ਹੋਇਆ ਸੀ ਔਰ ਸਤਿਗੁਰੂ ਜੀ ਨੇ ਦੁੱਖਾਂ ਦੇ ਵਿੱਚ, ਹਉਮੈ ਦੇ ਵਿੱਚ ਫਸੀ ਹੋ ਲੋਕਾਈ ਨੂੰ ਸੀਤਲਤਾ ਪ੍ਰਦਾਨ ਕੀਤੀ ਔਰ ਨਵੇਂ ਸਿਧਾਂਤ, ਨਵਾਂ ਧਰਮ ਦ੍ਰਿੜਾਇਆ। ਸਤਿਗੁਰੂ ਜੀ ਇੱਕ ਹੋਰ ਜਗ੍ਹਾ ਆਪਣੀ ਬਾਣੀ ਦੇ ਵਿੱਚ ਆਖਦੇ ਨੇ, ਤੁਮਰੇ ਨਾਮ ਵਿਸਾਸ ਛਾਡੀ ਹੈ ਆਨ ਕੀ ਆਸ। ਸਤਿਗੁਰੂ ਜੀ ਆਖਦੇ ਨੇ ਕਿ ਹੇ ਹਰਿ ਜੀ, ਮੇਰਾ ਵਿਸ਼ਵਾਸ ਤੇਰੇ ਨਾਮ ਤੇ ਹੈ। ਉਹ ਨਾਮ ਜਿਹੜਾ ਰੋਮ ਰੋਮ ਦੁਆਰਾ, ਜਿਹੜਾ ਸਵਾਸ ਜਿਹੜਾ ਆਪਣੇ ਜੀਵਨ ਦੁਆਰਾ, ਜਿਹੜਾ ਇਸ ਸਾਰੇ ਸਰੀਰ ਦੁਆਰਾ, ਅੰਤःਕਰਨ ਦੁਆਰਾ ਔਰ ਸਮੁੱਚੇ ਰੂਪ ਦੇ ਵਿੱਚ ਇਹ ਸਰੀਰ ਜਪਦਾ, ਉਸ ਨੂੰ ਯਾਦ ਕਰਦਾ, ਸਮਰਪਣ ਭਾਵ ਦੇ ਨਾਲ, ਪ੍ਰੇਮਾ ਭਗਤੀ ਦੇ ਨਾਲ। ਸਤਿਗੁਰੂ ਜੀ ਆਖਦੇ ਨੇ, ਮੈਨੂੰ ਤੇਰੇ ਉਸ ਪ੍ਰਕਾਰ ਦੇ ਨਾਮ ਤੇ ਵਿਸ਼ਵਾਸ ਵੱਜ ਗਿਆ, ਮੇਰਾ ਭਰੋਸਾ ਟਿਕ ਗਿਆ। ਤੁਮਰੇ ਨਾਮ ਵਿਸਾਸ ਛਾਡੀ ਹੈ ਆਨ ਕੀ ਆਸ। ਔਰ ਹੋਰ ਕਿਸੇ ਪ੍ਰਕਾਰ ਦੀ ਜੋ ਪਰਮਾਤਮਾ ਦੀ ਭਗਤੀ ਦੀ ਪੱਧਤੀ ਹੈ, ਉਸ ਦੀ ਮੈਂ ਆਸ ਨਹੀਂ ਤੱਕਦਾ ਔਰ ਹੋਰ ਕਿਸੇ ਪਾਸੇ ਮੈਂ ਧਿਆਨ ਨਹੀਂ ਕਰਦਾ। ਤੁਮਰੇ ਨਾਮ ਵਿਸਾਸ ਛਾਡੀ ਹੈ ਆਨ ਕੀ ਆਸ। ਆਨ ਤੋਂ ਭਾਵ ਹੈ ਦੂਸਰਾ ਹੋਰ। ਸਾਰੀਆਂ ਆਸਾਂ, ਸਾਰੀਆਂ ਜੋ ਭਗਤੀ ਦੀਆਂ ਪੱਧਤੀਆਂ ਨੇ, ਉਹ ਮੈਂ ਉਹਨਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ। ਸੰਸਾਰ ਧਰਮ ਮੇਰੇ ਮਨ ਨਾ ਧੀਜੈ। ਔਰ ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਸੰਸਾਰ ਦੇ ਵਿੱਚ ਧਰਮ ਪ੍ਰਚਲਿਤ ਨੇ, ਜਿਨ੍ਹਾਂ ਦੇ ਰਾਹੀਂ ਸੰਸਾਰ ਪਰਮਾਰਥ ਦੀ ਪ੍ਰਾਪਤੀ ਕਰਨ ਦੀ ਕੋਸ਼ਿਸ਼ ਕਰ ਰਿਹਾ,
ਔਰ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਸਤਿਗੁਰ ਜੀ ਦੇਖਦੇ ਨੇ ਉਹਨਾਂ ਨੂੰ ਅਪਣਾ ਕਰਕੇ ਵੀ ਜਦੋਂ ਸੰਸਾਰ ਦੁਖੀ ਹੈ ਤੇ ਸਤਿਗੁਰ ਜੀ ਇਹ ਐਲਾਨੀਆਂ ਆਖ ਦਿੰਦੇ ਨੇ, ਸੰਸਾਰ ਧਰਮ ਮੇਰਾ ਮਨ ਨਾ ਤੀਜੈ, ਕਿ ਜਿਹੜੇ ਸੰਸਾਰ ਦੇ ਵਿੱਚ ਧਰਮ ਪ੍ਰਚਲਿਤ ਨੇ ਉਹਨਾਂ ਨੂੰ ਦੇਖ ਕੇ ਮੇਰਾ ਮਨ ਉਹਨਾਂ ਦੇ ਆਸਰਾ ਨਹੀਂ ਲੈਂਦਾ, ਉਹਨਾਂ ਤੇ ਯਕੀਨ ਨਹੀਂ ਕਰਦਾ, ਉਹਨਾਂ ਤੇ ਭਰੋਸਾ ਨਹੀਂ ਵੱਧਦਾ, ਨਹੀਂ ਜੰਮਦਾ, ਕਿਉਂਕਿ ਉਹਨਾਂ ਨੂੰ ਅਪਣਾ ਕਰਕੇ ਵੀ ਜੀਵਨ ਦੇ ਵਿੱਚੋਂ ਦੁੱਖਾਂ ਦੀ ਸਮਾਪਤੀ ਨਹੀਂ ਹੁੰਦੀ। ਤੇ ਸਤਿਗੁਰ ਜੀ ਆਖਦੇ ਨੇ ਕਿ ਉਹਨਾਂ ਧਰਮ ਦੇ ਢੰਗਾਂ ਤੇ, ਉਹਨਾਂ ਧਰਮਾਂ ਤੇ ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਨਹੀਂ ਉਹਨਾਂ ਦੇ ਉੱਪਰ ਵਿਸ਼ਵਾਸ ਕਰਦਾ। ਤੁਮਰੇ ਨਾਮ ਵਿਸ਼ਵਾਸ ਹੈ ਹਰ ਜੀ, ਮੇਰਾ ਜੋ ਵਿਸ਼ਵਾਸ ਹੈ ਉਹ ਕੇਵਲ ਤੇਰੇ ਨਾਮ ਤੇ ਹੈ। ਜਿਹੜੇ ਧਰਮ ਪ੍ਰਚਲਿਤ ਨੇ ਸੰਸਾਰ, ਉਹ ਮੇਰੇ ਮਨ ਨੂੰ ਪ੍ਰਭਾਵਿਤ ਕਰਨ ਤੋਂ ਅਸਮਰੱਥ ਨੇ, ਕਿਉਂਕਿ ਉਹ ਸੰਸਾਰ ਦੇ ਦੁੱਖਾਂ ਦਾ ਨਿਵਾਰਨ ਪੂਰਨ ਰੂਪ ਦੇ ਕਰਨ ਦੇ ਵਿੱਚ ਅਸਮਰੱਥ ਨੇ। ਤੇ ਸਤਿਗੁਰੂ ਜੀ ਆਖਦੇ ਨੇ, ਰਵਿਦਾਸ ਦਾਸ ਕੀ ਸੇਵਾ ਮਾਨ ਹੋ ਦੇਵਾਦਿਦੇਵ। ਹੇ ਦੇਵਤਿਆਂ ਦੇ ਵਿੱਚੋਂ ਸ਼੍ਰੋਮਣੀ, ਜਿਸ ਦੇ ਅਧੀਨ ਸਾਰੇ ਜਿਨ੍ਹਾਂ ਨੂੰ ਦੇਵਤੇ, ਜਿਨ੍ਹਾਂ ਨੂੰ ਸੰਸਾਰਕ ਕਾਰ ਵਿਹਾਰ ਚਲਾਉਣ ਵਾਲਾ ਸੰਸਾਰ ਮੰਨਦਾ ਸੀ, ਜਿਹੜਾ ਉਹਨਾਂ ਸਾਰਿਆਂ ਦੇ ਵਿੱਚੋਂ ਸ਼੍ਰੋਮਣੀ ਹੈ, ਦੇਵਾਦਿਦੇਵ। ਸਤਿਗੁਰੂ ਜੀ ਆਖਦੇ ਨੇ, ਹੇ ਹਰਿ ਜੀ, ਹੇ ਪਰਮੇਸ਼ਰ, ਰਵਿਦਾਸ ਦਾਸ ਕੀ ਸੇਵਾ। ਹੇ ਪਰਮਾਤਮਾ, ਹੇ ਹਰਿ ਜੀ, ਸੰਸਾਰ ਦੇ ਵਿੱਚ ਜਿਹੜੇ ਧਰਮ ਪ੍ਰਚਲਿਤ ਨੇ, ਜਿਹੜੇ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਦੇ ਵਿੱਚ ਅਸਮਰੱਥ ਨੇ, ਉਹਨਾਂ ਤੇ ਮੇਰੇ ਮਨ ਦਾ ਯਕੀਨ ਨਹੀਂ ਵੱਜਦਾ ਔਰ ਭਰੋਸਾ ਮੇਰਾ ਨਹੀਂ ਵੱਜ ਰਿਹਾ, ਕਿਉਂਕਿ ਉਹ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਦੇ ਵਿੱਚ ਅਸਮਰੱਥ ਨੇ। ਸਤਿਗੁਰੂ ਜੀ ਬੇਨਤੀ ਕਰਦੇ ਨੇ ਔਰ ਪਰਮਾਤਮਾ ਦੇ ਪਾਸੋਂ ਸਮਰੱਥਾ ਦੀ ਸਤਿਗੁਰੂ ਜੀ ਜਾਚਨਾ ਕਰਦੇ ਨੇ ਔਰ ਆਖਦੇ ਨੇ, ਰਵਿਦਾਸ ਦਾਸ ਕੀ ਸੇਵਾ ਮਾਨ ਹੋ ਦੇਵਾਦਿਦੇਵ। हे ਪਰਮਾਤਮਾ ਜੀ, ਆਪ ਸ਼੍ਰੋਮਣੀ ਹੋ ਔਰ ਆਪਣੇ ਨਿਮਾਣੇ ਜਿਹੇ ਇਸ ਦਾਸ ਰਵਿਦਾਸ ਦੀ ਸੇਵਾ ਪ੍ਰਵਾਨ ਕਰੋ। ਮੈਂ ਸੰਸਾਰ ਨੂੰ ਆਪ ਜੀ ਦੀ ਕਿਰਪਾ ਦੇ ਸਦਕਾ ਇੱਕ ਸਿਧਾਂਤ ਦੇਣਾ ਚਾਹੁੰਦਾ ਹਾਂ, ਇੱਕ ਜੀਵਨ ਜੁਗਤ ਦਰਸਾਉਣਾ ਚਾਹੁੰਦਾ ਹਾਂ। ਰਵਿਦਾਸ ਦਾਸ ਕੀ ਸੇਵਾ, ਆਪ ਮੇਰੀ ਸੇਵਾ ਇਹ ਪ੍ਰਵਾਨ ਕਰੋ। ਇਸ ਦਾਸ ਦੀ, ਇਸ ਨਿਮਾਣੇ ਦਾਸ ਦੀ, ਸੇਵਕ ਦੀ ਸੇਵਾ ਪ੍ਰਵਾਨ ਕਰੋ। ਰਵਿਦਾਸ ਦਾਸ ਕੀ ਸੇਵਾ ਮਾਨ ਹੋ, ਮੰਨੋ ਤੁਸੀਂ ਪ੍ਰਵਾਨ ਕਰੋ। ਰਵਿਦਾਸ ਦਾਸ ਕੀ ਸੇਵਾ ਮਾਨ ਹੋ ਦੇਵਾਦਿਦੇਵ, ਪਤਿਤ ਪਾਵਨ ਨਾਮ ਪ੍ਰਗਟ ਕੀਜੈ। हे ਪਰਮਾਤਮਾ ਜੀ, ਹਰਿ ਜੀ, ਇਸ ਦਾਸ ਨੂੰ, ਰਵਿਦਾਸ ਨੂੰ ਇਹ ਸੇਵਾ ਬਖਸ਼ੋ, ਇਹ ਸਮਰੱਥਾ ਬਖਸ਼ਿਸ਼ ਕਰੋ ਕਿ ਤੇਰੇ ਨਾਮ ਨੂੰ ਮੈਂ ਸੰਸਾਰ ਦੇ ਵਿੱਚ ਪ੍ਰਗਟ ਕਰ ਸਕਾਂ। ਪਤਿਤ ਪਾਵਨ, ਜਿਹੜਾ ਦੁਖੀਆਂ ਦੇ ਦੁੱਖ ਦੂਰ ਕਰਨ ਵਾਲਾ, ਜਿਹੜੇ ਪਾਪੀਆਂ ਨੂੰ ਪਾਪਾਂ ਤੋਂ ਨਿਵਰਤ ਕਰਨ ਵਾਲਾ, ਨਿਰਮਲ ਮਨ ਕਰਨ ਵਾਲਾ, ਜਿਹੜਾ ਸੰਸਾਰ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ, ਜਿਹੜੇ ਜੀਵ ਨੂੰ ਸੁਖੀ ਕਰਨ ਵਾਲਾ, ਖੁਸ਼ੀਆਂ ਪ੍ਰਦਾਨ ਕਰਨ ਵਾਲਾ, ਉਹ ਜਿਹੜਾ ਤੇਰਾ ਨਾਮ ਹੈ, हे ਹਰਿ ਜੀ, ਉਸ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨ ਦੀ ਮੈਨੂੰ ਤਾਕਤ ਬਖਸ਼ੋ, ਮੈਨੂੰ ਸਮਰੱਥਾ ਬਖਸ਼ੋ ਕਿ ਸੰਸਾਰ ਦੇ ਵਿੱਚ ਤੇਰਾ ਨਾਮ ਮੈਂ ਪ੍ਰਗਟ ਕਰ ਸਕਾਂ ਔਰ ਉਸ ਢੰਗ ਦੇ ਨਾਲ ਪ੍ਰਗਟ ਕਰ ਸਕਾਂ ਜਿਸ ਨੂੰ ਜੀਵਨ ਦੇ ਵਿੱਚ ਅਪਣਾ ਕਰਕੇ ਸੰਸਾਰ ਸਦਾ ਸਦਾ ਲਈ ਸੁਖੀ ਹੋ ਜਾਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਧਰਮ ਦਾ ਜੋ ਹਾਲ ਦੇਖਿਆ, ਧਰਮ ਨੂੰ ਅਪਣਾਏ ਹੋਏ ਲੋਕਾਂ ਦੀ ਜੋ ਦੁਰਗਤੀ ਦੇਖੀ, ਉਹਨਾਂ ਨੂੰ ਹਉਮੈ ਤੋਂ ਗ੍ਰਸਤ ਦੇਖਿਆ ਔਰ ਸਤਿਗੁਰੂ ਜੀ ਨੇ ਦੇਖਿਆ ਕਿ ਸੰਸਾਰ ਦੇ ਵਿੱਚ ਜਿਹੜੇ ਧਰਮ ਪ੍ਰਚਲਿਤ ਨੇ, ਉਹ ਸੰਸਾਰਕ ਲੋਕਾਂ ਦੇ ਦੁੱਖ ਦੂਰ ਕਰਨ ਦੇ ਵਿੱਚ ਅਸਮਰੱਥ ਨੇ। ਤੋ ਸਤਿਗੁਰੂ ਜੀ ਨੇ ਆਪਣੀ ਨਿਰਮਲ ਵਿਚਾਰਧਾਰਾ ਦੇ ਰਾਹੀਂ, ਆਪਣੀ ਪਵਿੱਤਰ ਬਾਣੀ ਦੇ ਰਾਹੀਂ ਸੰਸਾਰ ਨੂੰ ਨਵੀਂ ਜੀਵਨ ਸੇਧ ਬਖਸ਼ਿਸ਼ ਕੀਤੀ, ਨਵੀਂ ਜੀਵਨ ਜੁਗਤ ਬਖਸ਼ਿਸ਼ ਕੀਤੀ ਔਰ ਧਰਮ ਦੇ ਸਿਧਾਂਤ ਦਰੜਾਏ ਔਰ ਆਪਣੇ ਜੀਵਨ ਕਾਲ ਦੇ ਵਿੱਚ ਧਰਮ ਦੇ ਜਿਹੜੇ ਸਿਧਾਂਤ ਸਤਿਗੁਰੂ ਜੀ ਸੰਸਾਰ ਨੂੰ ਦਰਸਾਉਂਦੇ ਰਹੇ, ਦਰੜਾਉਂਦੇ ਰਹੇ। ਸਤਿਗੁਰੂ ਜੀ ਦੇ ਇਸ ਸੰਸਾਰ ਦੇ ਵਿੱਚੋਂ ਸਰੀਰਕ ਤੌਰ ਤੇ ਚਲੇ ਜਾਣ ਤੋਂ ਬਾਅਦ ਵੱਖ-ਵੱਖ ਮਹਾਂਪੁਰਸ਼ਾਂ ਨੇ ਸਮੇਂ-ਸਮੇਂ ਤੇ ਸੰਸਾਰ ਨੂੰ ਉਹੀ
ਜੀਵਨ ਦੇ ਜੋ ਸਿਧਾਂਤ ਸਨ, ਜਿਹੜੇ ਮੁਕਤੀ ਦੇ ਭਰਮਾਂ ਤੋਂ ਨਿਕਲਣ ਦੇ ਜਿਹੜੇ ਸਿਧਾਂਤ ਸਨ, ਉਹ ਸੰਸਾਰ ਨੂੰ ਦਰਸਾਏ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, 30 ਜਨਵਰੀ ਸੰਨ 2010 ਨੂੰ ਸਾਰੇ ਸੰਤ ਸਮਾਜ ਨੇ ਇਕੱਤਰ ਹੋ ਕਰਕੇ ਵਿਸ਼ਵ ਪੱਧਰ 'ਤੇ ਸਾਰੀਆਂ ਸੰਗਤਾਂ ਨੂੰ ਰਵਿਦਾਸੀਆ ਧਰਮ ਦਿੱਤਾ। ਔਰ ਇਹ ਜੋ ਧਰਮ ਦੇ ਸਿਧਾਂਤ ਸਨ, ਇਹਨਾਂ ਦੇ ਮੂਲ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਜੀਵਨ ਕਾਲ ਦੇ ਵਿੱਚ ਜੋ ਸੰਸਾਰ ਨੂੰ ਜੀਵਨ ਜੁਗਤ ਦਰਸਾ ਗਏ ਸਨ, ਜਿਹੜੇ ਸਿਧਾਂਤ, ਜਿਹੜੇ ਅਸਲੋਂ ਨਿਵੇਕਲੇ ਸੁਤੰਤਰ ਅਦੁੱਤੀ ਸਿਧਾਂਤ ਸਨ, ਲਾਸਾਨੀ ਸਿਧਾਂਤ ਸਨ ਜੀਵਨ ਜਿਉਣ ਦੇ, ਉਹ ਸੰਗਤਾਂ ਨੂੰ ਸੰਤਾਂ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਜਗਤਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਪਾਵਨ ਬਾਣੀ ਦੇ ਰਾਹੀਂ ਸੰਸਾਰ ਨੂੰ ਨਵਾਂ ਧਰਮ ਦਰਸਾਉਂਦੇ ਨੇ, ਨਵੀਂ ਜੀਵਨ ਜੁਗਤ ਦਰਸਾਉਂਦੇ ਨੇ। ਇਸ ਸਾਰੀ ਗੱਲ ਦਾ ਜਿਹੜਾ ਭੇਤ ਹੈ, ਉਹ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਅਧਿਐਨ ਅਸੀਂ ਕਰਦੇ ਹਾਂ ਤੇ ਇਹ ਸਾਰੀਆਂ ਗੱਲਾਂ ਦੀ ਸਮਝ ਜੀਵਨ ਨੂੰ ਪ੍ਰਾਪਤ ਹੁੰਦੀ ਹੈ। ਸੋ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ।